अस्सलाम वालेकुम। ਅੱਜ CSS ਤੇ PMS ਦੀ ਪੰਜਾਬੀ ਲੈਕਚਰ ਸੀਰੀਜ਼ ਦਾ ਅਸੀਂ ਆਗਾਜ਼ ਕਰਾਂਗੇ, ਜਿਸ ਦੇ ਵਿੱਚ ਸਾਡਾ ਸਭ ਤੋਂ ਜ਼ਿਆਦਾ ਧਿਆਨ ਪੰਜਾਬੀ ਦੀ ਇਮਲਾ 'ਤੇ ਹੋਵੇਗਾ ਤੇ ਅਸੀਂ ਇਹਦੇ ਤੋਂ ਹੀ ਇਹ ਲੈਕਚਰ ਸੀਰੀਜ਼ ਸ਼ੁਰੂ ਕਰਾਂਗੇ। ਪਹਿਲੇ 23 ਲੈਕਚਰ 23 ਲੈਕਚਰ ਸਾਡੇ ਪੰਜਾਬੀ ਇਮਲਾ 'ਤੇ ਹੋਣਗੇ, ਤਾਂ ਕਿ ਪੰਜਾਬੀ ਨੂੰ ਸਮਝਣ ਤੇ ਸਿੱਖਣ ਤੋਂ ਪਹਿਲੋਂ ਅਸੀਂ ਉਹਦੀ ਇਮਲਾ ਨੂੰ ਅੱਛੀ ਤਰ੍ਹਾਂ ਸਮਝ ਲਈਏ, ਵੀ ਜਿੰਦੇ ਵਿੱਚ ਬੱਚੇ ਜ਼ਿਆਦਾ ਤੋਂ ਜ਼ਿਆਦਾ ਗਲਤੀਆਂ ਕਰਦੇ ਨੇ ਤੇ ਉਹ ਅੱਛੇ ਨੰਬਰ ਸਕੋਰ ਨਹੀਂ ਕਰ ਸਕਦੇ। ਸਭ ਤੋਂ ਪਹਿਲਾਂ ਮੁਖਤਸਰ ਜਿਹਾ ਤਾਰਫ ਹੈ। ਇੰਡੀਆ, ਪਾਕਿਸਤਾਨ, ਯੂਰਪ, ਅਮਰੀਕਾ ਤੇ ਕੈਨੇਡਾ ਵਿੱਚ ਪੰਜਾਬੀ ਬੋਲਣ ਤੇ ਸਮਝਣ ਵਾਲੇ ਲੋਕ ਆਬਾਦ ਨੇ। ਇਹਨਾਂ ਮੁਖਤਲਿਫ ਮੁਲਕਾਂ ਵਿੱਚ ਪੰਜਾਬੀ ਲਿਖਣ ਦੇ ਵੀ ਵੱਖੋ ਵੱਖ ਤਰੀਕੇ ਰਾਇਜ ਨੇ। ਅਮਰੀਕਾ ਤੇ ਯੂਰਪ ਵਿੱਚ ਰੋਮਨ ਰਸਮਲ ਖਤ, ਇੰਡੀਆ, ਪੰਜਾਬ ਤੇ ਕੈਨੇਡਾ ਵਿੱਚ ਗੌਰਮੁਖੀ, ਜਦ ਕਿ ਪਾਕਿਸਤਾਨੀ ਪੰਜਾਬ ਵਿੱਚ ਸ਼ਾਹਮੁਖੀ, ਜਿਹਨੂੰ ਆਪਾਂ ਉਰਦੂ ਰਸਮੁਲ ਖਤ ਵੀ ਆਨੇ ਹਾਂ, ਉਹਦੇ ਵਿੱਚ ਲਿਖੀ ਜਾਂਦੀ ਹੈ। ਜੇ ਇਹਨਾਂ ਤਿੰਨਾਂ ਮਰਵਜ ਰਸਮੁਲ ਖਤਾਤ ਉੱਤੇ ਗੌਰ ਕਰੀਏ ਤੇ ਸੂਤੀ ਲਿਹਾਜ਼ ਨਾਲ ਇਹ ਸਾਰੇ ਰਸਮੁਲ ਖਤ ਪੰਜਾਬੀ ਇਮਲਾ ਲਿਖਣ ਲਈ ਮੁਕੰਮਲ ਤੌਰ 'ਤੇ ਭਰਪੂਰ ਨਹੀਂ। ਪੰਜਾਬੀ ਦੀਆਂ ਕਈ ਢੀਠ ਆਵਾਜ਼ਾਂ ਲਈ ਹਿੰਦੀ, ਸੰਸਕ੍ਰਿਤ, ਅਰਬੀ ਤੇ ਫਾਰਸੀ ਹਰੂਫੇ ਤਹਜੀ ਹਰੂਫ ਮੌਜੂਦ ਨਹੀਂ ਨੇ। ਲਿਹਾਜ਼ਾ ਇਹਨਾਂ ਖਾਸ ਆਵਾਜ਼ਾਂ ਦੇ ਉਚਾਰਨ ਪ੍ਰੋਨੰਸੀਏਸ਼ਨ ਲਈ ਪੰਜਾਬੀ ਜ਼ਬਾਨ ਦੇ ਹਰ ਲਹਿਜੇ ਵਿੱਚ ਕੁਝ ਖਾਸ ਹਰੂਫ, ਸ਼ਕਲਾਂ ਤੇ ਲਫ਼ਜ਼ ਬਣਾ ਲਏ ਗਏ ਨੇ, ਜਿਹਦੇ ਪਾਰੂ ਪੰਜਾਬੀ ਲਿਖਣ ਵਿੱਚ ਉਕਸਾਰਤਾ ਨਹੀਂ ਰਹੀ ਤੇ ਪੰਜਾਬੀ ਮੁਖਾਲਫੀਨ ਇਹਨੂੰ ਇੱਕ ਨਾਮੁਕੰਮਲ ਜ਼ਬਾਨ ਆਖਦੇ ਨੇ। ਕੁਝ ਅਰਸੇ ਤੋਂ ਪੰਜਾਬੀ ਸੂਝਵਾਨਾਂ ਤੇ ਸਿਆਣਿਆਂ ਨੇ ਪੰਜਾਬੀ ਇਮਲਾ ਵੱਲ ਤਵੱਜਾ ਦੇਣਾ ਸ਼ੁਰੂ ਕੀਤੀ ਹੈ, ਪਰ ਮੁਸ਼ਕਿਲ ਇਹ ਵੇ ਕਿ ਸਾਰੇ ਇੱਕ ਦੂਜੇ ਦੇ ਖਿਆਲਾਤ ਨਾਲ ਮੁਤਫਿਕ ਹੋ ਕੇ ਇਸ ਮਸਲੇ ਨੂੰ ਆਸਾਨ ਤਰੀਕੇ ਨਾਲ ਹੱਲ ਕਰਨ ਵਾਸਤੇ ਤਿਆਰ ਨਹੀਂ। ਇਸ ਸਿਲਸਿਲੇ ਵਿੱਚ ਹੋਈਆਂ ਇਨਫਰਾਦੀ ਕੋਸ਼ਿਸ਼ਾਂ ਬਹੁਤ ਜ਼ਿਆਦਾ ਨੇ, ਸਲਾਹਣ ਜੋਗੀਆਂ ਵੀ ਨੇ। ਇਹਨਾਂ ਸਾਰੀਆਂ ਕੋਸ਼ਿਸ਼ਾਂ ਨੂੰ ਮੁੱਖ ਰੱਖ ਕੇ ਵਿਚਕਾਰਲੇ ਵਸਤੀ ਪੰਜਾਬ ਯਾਨੀ ਮਾਝੇ, ਲਾਹੌਰ, ਸਿਆਲਕੋਟ, ਗੁਜਰਾਂਵਾਲਾ, ਗੁਜਰਾਤ, ਸ਼ੇਖਪੁਰਾ, ਅੰਮ੍ਰਿਤਸਰ ਤੇ ਗੁਰਦਾਸਪੁਰ ਦੇ ਲਹਿਜੇ ਨੂੰ ਮਿਆਰੀ ਮੰਨਦਿਆਂ ਹੋਇਆਂ ਕੁਝ ਸਿਫਾਰਸ਼ਾਂ ਪੇਸ਼ ਕੀਤੀਆਂ ਜਾ ਰਹੀਆਂ, ਜਿਨ੍ਹਾਂ ਉੱਤੇ ਅਮਲ ਕਰਕੇ ਚੰਗੀ ਪੰਜਾਬੀ ਇਮਲਾ ਲਿਖੀ ਜਾ ਸਕਦੀ ਹੈ। ਮਾਝੇ ਲਹਿਜੇ ਨੂੰ ਮਿਆਰੀ ਤੇ ਮਰਕਜ਼ੀ ਲਹਿਜਾ ਮੰਨਿਆ ਗਿਆ ਹੈ ਤੇ ਇਸ ਲਹਿਜੇ ਨੂੰ ਮੱਦੇਨਜ਼ਰ ਰੱਖ ਕੇ ਅਸੀਂ ਇਮਲਾ ਤੇ ਲੈਕਚਰ ਸੀਰੀਜ਼ ਜਿਹੜੀ ਹੈ ਉਹ ਸ਼ੁਰੂ ਕਰਨ ਜਾ ਰਹੇ ਹਾਂ। ਪੂਰੇ 23 ਲੈਕਚਰ ਹੋਣਗੇ ਤੇ ਅੱਜ ਇਨਸ਼ਾਅੱਲਾ ਅਸੀਂ ਪਹਿਲੇ ਲੈਕਚਰ ਦਾ ਆਗਾਜ਼ ਕਰਦੇ। ਅਸੀਂ ਅਲਿਫ ਤੋਂ ਸ਼ੁਰੂ ਕਰਨੇ ਆ ਤੇ ਮੁੜ ਹੌਲੀ ਹੌਲੀ ਤਰਤੀਬ ਦੇ ਨਾਲ ਪੂਰੀ ਇਮਲਾ ਜਿਹੜੀ ਹੈ ਉਹਦੇ ਬਾਰੇ ਅਸੀਂ ਤੁਹਾਨੂੰ ਅੱਜ ਸਮਝਾ। ਪੰਜਾਬੀ ਦਾ ਲਫ਼ਜ਼ ਏ, ਉਰਦੂ ਦੇ ਲਫ਼ਜ਼ ਯੇ ਤੇ ਅੰਗਰੇਜ਼ੀ ਦੇ ਲਫ਼ਜ਼ ਦਿਸ ਦਾ ਮੱਦੇ ਮੁਕਾਬਲ ਨੇ। ਮਤਲਬ ਇਹ ਜਿਹੜਾ ਹੈ ਇਹਨੂੰ ਉਰਦੂ ਵਿੱਚ ਯੇ ਆਂਦੇ ਨੇ ਤੇ ਇੰਗਲਿਸ਼ ਦੇ ਵਿੱਚ ਦਿਸ ਵਾਸਤੇ ਇਸਤੇਮਾਲ ਹੁੰਦਾ, ਜਦ ਕਿ ਪੰਜਾਬੀ ਲਫ਼ਜ਼ ਏ ਉਰਦੂ ਦੇ ਲਫ਼ਜ਼ ਹੈ ਦਾ ਮੁਤਬਾਦਿਲ ਹੈ। ਇਹ ਹਮੇਸ਼ਾ ਵਾਦ ਵਾਸਤੇ ਇਸਤੇਮਾਲ ਹੁੰਦਾ ਹੈ ਤੇ ਜੁਮਲੇ ਦੇ ਅਖੀਰ ਵਿੱਚ ਆਂਦਾ ਹੈ, ਜਦ ਕਿ ਇਹ ਹਮੇਸ਼ਾ ਜੁਮਲੇ ਦੇ ਸ਼ੁਰੂ ਵਿੱਚ ਆਂਦਾ ਹੈ। ਇਹ ਤੇ ਇਹ ਦਾ ਫਰਕ ਧਿਆਨ ਵਿੱਚ ਰੱਖਣਾ ਚਾਹੀਦਾ ਹੈ। ਦੋਨਾਂ ਲਫ਼ਜ਼ਾਂ ਦੀ ਵਰਤੋਂ ਵੱਖਰੀ ਵੱਖਰੀ ਹੈ। ਅਸੀਂ ਦੋਨੋਂ ਮਿਸਾਲ ਦੇ ਕੇ ਸਮਝਾਂਗੇ। ਇਹ ਕਿਤਾਬ ਏ ਮਤਲਬ ਇਹ ਕਿਤਾਬ ਹੈ। ਇਸ ਜੁਮਲੇ ਦੇ ਵਿੱਚ ਇਹ ਇਸ ਦਾ ਮਤਲਬ ਹੈ ਤੇ ਇਹ ਦਾ ਮਤਲਬ ਹੈ। ਪੂਰਾ ਫਿਕਰਾ ਬਣਦਾ ਹੈ ਇਹ ਕਿਤਾਬ ਏ ਮਤਲਬ ਇਹ ਕਿਤਾਬ ਹੈ। ਦੂਜੀ ਮਿਸਾਲ, ਇਹ ਮੇਰਾ ਬੱਕਰਾ ਏ। ਇਹਦੇ ਵਿੱਚ ਇਹ ਮਤਲਬ ਇਹ ਮਤਲਬ ਹੈ। ਇਹ ਮੇਰਾ ਬੱਕਰਾ ਏ, ਇਹ ਮੇਰਾ ਬੱਕਰਾ ਏ ਤੇ ਉਰਦੂ ਵਿੱਚ ਇਹ ਮੇਰਾ ਬੱਕਰਾ ਹੈ। ਅੱਗੇ ਲਫ਼ਜ਼ ਹੈ ਅਲਿਫ ਜ਼ੇਰ ਹੈ ਏ। ਇਹ ਲਫ਼ਜ਼ ਦਰੁਸਤ ਮਾਨੇ ਨਹੀਂ ਦਿੰਦਾ ਤੇ ਇਮਲਾ ਦਾ ਮਸਲਾ ਬਣਦਾ ਹੈ। ਇਹ ਨਾਲ ਬਣਨ ਵਾਲੇ ਪੰਜਾਬੀ ਦੇ ਕੁਝ ਹੋਰ ਦਰੁਸਤ ਅਲਫਾਜ਼ ਨੇ। ਪਹਿਲੂ ਤੁਸੀਂ ਅਲਫਾਜ਼ ਸੁਣੋ, ਮੁੜ ਅਸੀਂ ਇਹਨਾਂ ਦੀ ਦੋਨੋਂ ਜੁਮਲਿਆਂ ਦੇ ਵਿੱਚ ਇਹਨਾਂ ਨੂੰ ਇਸਤੇਮਾਲ ਕਰਕੇ ਸਮਝਾਉਂਦੇ ਹਾਂ। ਇਹ ਤੋਂ ਜਿਹੜੇ ਲਫ਼ਜ਼ ਬਣਦੇ ਨੇ ਇਹਦਾ, ਇਹਦੀ, ਇਹਦਾ, ਇਹਨੂੰ, ਇਹਨਾਂ, ਇਹਨੇ, ਇਹੋ, ਇਹੀ, ਇਹਦੀਆਂ ਵਗੈਰਾ। ਹੁਣ ਅਸੀਂ ਇਹਨਾਂ ਨੂੰ ਵਾਰੀ ਵਾਰੀ
ਜੁਮਲੇ ਬਣਾ ਕੇ ਦੋਨੋਂ ਸਮਝਾਉਣ ਦੀ ਕੋਸ਼ਿਸ਼ ਕਰਨੇ ਆ। ਅਤੇ ਇਹ ਜਿੰਨੇ ਵੀ ਲਫ਼ਜ਼ ਬੋਲੇ ਨੇ ਇਹ ਹਮੇਸ਼ਾ ਜੁਮਲੇ ਦੇ ਸ਼ੁਰੂ ਵਿੱਚ ਆਉਂਦੇ ਨੇ। ਪਹਿਲਾ ਲਫ਼ਜ਼ ਹੈ ਇਹਦਾ। ਇਹਦਾ ਮੇਰਾ ਕੋਈ ਰਿਸ਼ਤਾ ਨਹੀਂ। ਦੂਸਰਾ ਲਫ਼ਜ਼ ਹੈ ਇਹਦੀ। ਇਹਦੀ ਪੈਨਸਲ ਅਲੀ ਨੇ ਚੋਰੀ ਕੀਤੀ ਏ। ਤੀਸਰਾ ਲਫ਼ਜ਼ ਹੈ ਇਹਨੂੰ। ਇਹਨੂੰ ਮੈਂ ਆਖਿਆ ਵੀ ਕਿ ਛੁੱਟੀ ਨਾ ਕਰੀ। ਅਗਲਾ ਲਫ਼ਜ਼ ਹੈ ਇਹਨਾਂ। ਇਹਨਾਂ ਗੱਲਾਂ ਤੋਂ ਮੈਂ ਤੈਨੂੰ ਰੋਕਿਆ ਸੀ। ਅਗਲਾ ਲਫ਼ਜ਼ ਹੈ ਇਹਨੇ। ਇਹਨੇ ਕੱਲ੍ਹ ਮੈਨੂੰ ਸ਼ਾਦੀ ਦਾ ਸੱਦਾ ਨਹੀਂ ਘੱਲਿਆ। ਅਗਲਾ ਲਫ਼ਜ਼ ਹੈ ਇਹੋ। ਇਹੋ ਹੀ ਉਹ ਮੁੰਡਾ ਏ ਜਿਹਨੂੰ ਮੈਂ ਪਸੰਦ ਕਰਦੀ ਹਾਂ। ਅਗਲਾ ਲਫ਼ਜ਼ ਹੈ ਇਹੀ। ਇਹੀ ਉਹ ਮੁੰਡਾ ਏ ਜਿਹੜਾ ਹਰ ਵੇਲੇ ਕਲਾਸ ਵਿੱਚ ਬੋਲਦਾ ਰਹਿੰਦਾ ਏ। ਅਗਲਾ ਲਫ਼ਜ਼ ਹੈ ਇਹਦੀਆਂ। ਇਹਦੀਆਂ ਕਿਤਾਬਾਂ ਮੈਂ ਕੱਲ੍ਹ ਲੈ ਗਈ ਸੀ। ਹੁਣ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਜਿਵੇਂ ਅਸੀਂ ਪਹਿਲੂ ਤੁਹਾਨੂੰ ਦੱਸਿਆ ਹੈ ਕਿ ਅਲੀਫ ਜ਼ੇਰ ਹੈ ਇਹ ਨਾਲ ਬਣਨ ਵਾਲੇ ਗਲਤ ਅਲਫਾਜ਼ ਦਰਜ ਜ਼ੈਲ ਨੇ। ਇਹਦਾ, ਇਹਨਾਂ, ਇਹਨੇ, ਇਹਨੂੰ ਵਗੈਰਾ। ਇਹ ਲਫ਼ਜ਼ ਤੁਸੀਂ ਕਦੀ ਵੀ ਆਪਣੇ ਪੇਪਰ ਲਿਖਣ ਦੇ ਵੇਲੇ ਇਸਤੇਮਾਲ ਨਹੀਂ ਕਰਨੇ ਕਿਉਂਕਿ ਇਹ ਇਮਲਾ ਦੀ ਰੂਹ ਨਾਲ ਬਿਲਕੁਲ ਗਲਤ ਨੇ। ਅਸੀਂ ਤੁਹਾਨੂੰ ਕੁਝ ਹੋਰ ਲਫ਼ਜ਼ ਇਹਦੇ ਨਾਲ ਮਿਲਦੇ ਜੁਲਦੇ ਦਿਖਾਉਂਦੇ ਹਾਂ। ਇਹਦਾ, ਇਹਨਾਂ, ਇਹਨੂੰ, ਇਹਾ, ਇਹਦੇ, ਇਹਦਾ ਵਗੈਰਾ। ਇਹ ਲਫ਼ਜ਼ ਸਾਰੇ ਬਿਲਕੁਲ ਗਲਤ ਨੇ। ਤੁਸੀਂ ਇਹਨਾਂ ਦਾ ਬਿਲਕੁਲ ਵੀ ਇਸਤੇਮਾਲ ਨਹੀਂ ਕਰਨਾ। ਇਹ ਅੱਜ ਦਾ ਪੰਜਾਬੀ ਇਮਲਾ ਦਾ ਪਹਿਲਾ ਲੈਕਚਰ ਸੀ। ਤੁਸੀਂ ਆਪਣਾ ਫੀਡਬੈਕ ਲਾਜ਼ਮੀ ਦੇਣਾ ਅਤੇ ਕਮੈਂਟ ਦੇ ਵਿੱਚ ਕੋਈ ਅਗਰ ਸਮਝ ਨਹੀਂ ਆਈ ਤਾਂ ਤੁਸੀਂ ਸਾਡੇ ਕੋਲੋਂ ਪੁੱਛ ਸਕਦੇ ਹੋ।